Hello everyone, welcome you all on your channel Ravneet Study Corner। ਸੋ ਅਸੀਂ ਨਿਊਕਲੀਅਰ ਫਿਜ਼ਿਕਸ ਕਰ ਰਹੇ ਹੈਗੇ ਆ। ਸੋ ਇਹਦੇ ਵਿੱਚ ਜਿਹੜਾ ਨਿਊਕਲੀਅਰ ਫਿਜ਼ਿਕਸ ਦਾ ਜਿਹੜਾ ਮੇਨ ਟੌਪਿਕ ਹੈਗਾ ਜਿਹਦੇ ਚੋਂ ਮੋਸਟ ਆਫ ਦ ਟਾਈਮ ਸਮ ਆਉਂਦਾ ਹੀ ਆਉਂਦਾ, ਦੈਟ ਇਜ਼ ਸ਼ੈਲ ਮਾਡਲ। ਸੋ ਅੱਜ ਅਸੀਂ ਸ਼ੈਲ ਮਾਡਲ ਕਰਨਾ ਹੈ। ਸੋ ਵਾਟ ਵਾਜ਼ ਐਕਚੁਅਲੀ ਸ਼ੈਲ ਮਾਡਲ? ਇਹ ਮਤਲਬ ਲਿਕੁਇਡ ਡ੍ਰੌਪ ਮਾਡਲ ਤੋਂ ਬਾਅਦ ਜਿਹੜਾ ਮਾਡਲ ਆਇਆ ਸੀ ਦੈਟ ਵਾਜ਼ ਸ਼ੈਲ ਮਾਡਲ। ਐਂਡ ਇਹ ਮੇਅਰ ਨੇ ਦਿੱਤਾ ਸੀਗਾ। ਜਿਵੇਂ ਲਿਕੁਇਡ ਡ੍ਰੌਪ ਮਾਡਲ ਨੀਲਸ ਬੋਹਰ ਨੇ ਫਾਰਮੂਲੇਟ ਕੀਤਾ ਸੀ, ਨਿਊਕਲੀਅਰ ਸ਼ੈਲ ਮਾਡਲ ਮੇਅਰ ਨੇ ਦਿੱਤਾ ਸੀਗਾ। ਸੋ ਇਹਦੀਆਂ ਬਹੁਤ ਸਾਰੀਆਂ ਮੈਰਿਟਸ ਐਂਡ ਡੀਮੈਰਿਟਸ ਵੀ ਸੀਗੀਆਂ, ਪਰ ਜਿਹੜਾ ਮੇਨ ਥਿੰਗ ਹੈਗੀ ਹੈ ਜਿਹਦੇ ਤੋਂ ਕੁਐਸਚਨ ਬਣਦਾ ਉਹ ਕੀ ਹੈਗੀ ਆ, ਆਪਾਂ ਸਪਿਨ ਗਰਾਊਂਡ ਸਟੇਟ ਸਪਿਨ ਐਂਡ ਪੈਰਿਟੀ ਨਿਕਾਲਣੀ ਹੁੰਦੀ ਹੈ। ਸੋ ਗਰਾਊਂਡ ਸਟੇਟ ਸਪਿਨ ਐਂਡ ਪੈਰਿਟੀ ਨਿਕਾਲਣ ਲਈ ਜਿਹੜਾ ਉੱਪਰ ਬਣਿਆ ਹੋਇਆ ਸਪੱਡਸ ਇਫ ਪਿਗ ਡਿਸ਼ ਇਫ ਪਿਗ, ਦਿਸ ਇਜ਼ ਨਿਮੋਨਿਕ। ਇਹ ਆਪਾਂ ਯਾਦ ਕਰਨਾ। ਇਹ ਮਤਲਬ ਇਹ ਇਜ਼ ਅ ਕਾਈਂਡ ਆਫ ਟ੍ਰਿਕ ਟੂ ਰਿਮੈਂਬਰ ਦ ਸਟੇਟਸ, ਟੂ ਰਿਮੈਂਬਰ ਕਿ ਕਿਹੜੀ ਸਟੇਟ ਕਿਸ ਤੋਂ ਬਾਅਦ ਆਏਗੀ। ਲਾਈਕ ਵੀ ਡੋਂਟ ਹੈਵ ਟੂ ਕੰਸੀਡਰ ਵੋਲਸ, ਆਪਾਂ ਵੋਲਸ ਨਹੀਂ ਕੰਸੀਡਰ ਕਰਨੇ, ਸਿਰਫ SPDS FPG ਮਤਲਬ AEIOU ਅਗਰ ਵਿੱਚ ਕਿਤੇ ਵੀ ਆ ਰਿਹਾ ਤਾਂ ਉਹ ਆਪਾਂ ਕੰਸੀਡਰ ਨਹੀਂ ਕਰਨਾ। ਸੋ ਆਈ ਹੋਪ ਤੁਹਾਨੂੰ ਸਮਝ ਲੱਗ ਰਹੀ ਹੈ। ਸੋ ਸਭ ਤੋਂ ਪਹਿਲਾਂ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰਨੀ ਹੈ, ਇਹ ਵੀ ਇੱਕ ਮਤਲਬ ਕਾਈਂਡ ਆਫ ਟ੍ਰਿਕ ਹੀ ਹੈ ਟੂ ਰਿਮੈਂਬਰ। ਫਸਟ ਆਫ ਆਲ ਆਪਾਂ ਸਭ ਤੋਂ ਨੀਚੇ ਦੇਖ ਰਹੇ ਹਾਂ ਲਾਈਕ 1s 1/2 ਬਣ ਰਿਹਾ, ਦੈਨ 1p 3/2, ਦੈਨ 1p 1/2। ਹੁਣ ਇੱਕ ਚੀਜ਼ ਇਹਦੇ ਵਿੱਚ ਜਿਹੜੀ j ਦੀ ਵੈਲਿਊ ਹੈ ਦੈਟ ਇਜ਼ 1/2, ਦੈਨ 3/2, ਦੈਨ ਅਗੇਨ 1/2, ਦੈਨ 5/2। ਹੁਣ ਅਗਰ ਤੁਸੀਂ ਦੇਖਣਾ ਹੈ ਕਿ ਕਿੰਨੇ ਨੰਬਰ ਆਫ ਨਿਊਕਲੀਓਨਸ ਆਉਣਗੇ ਤਾਂ ਜਿਹੜਾ ਨਿਊਮੀਨੇਟਰ ਹੈ ਉਹਦੇ ਵਿੱਚ ਇੱਕ ਇਨਕਰੀਜ਼ ਕਰ ਦਿਓ, ਤੁਹਾਨੂੰ ਨੰਬਰ ਆਫ ਨਿਊਕਲੀਓਨ ਉਸ ਔਰਬਿਟਲ ਵਿੱਚ ਮਿਲ ਜਾਣਗੇ। ਲਾਈਕ ਅਗਰ 1s 1/2 ਹੈ ਅਤੇ ਆਪਾਂ 1/2 ਦੇ ਨਿਊਮੀਨੇਟਰ ਕੀ ਹੈ 1, ਉਹਦੇ ਵਿੱਚ ਇੱਕ ਇਨਕਰੀਜ਼ ਕਰਤਾ 2 ਆ ਗਿਆ, ਦੈਨ 3/2, 3 'ਚ ਇੱਕ ਇਨਕਰੀਜ਼ ਕਰਤਾ 4 ਆ ਗਿਆ, ਦੈਨ 1/2, 1 'ਚ ਇੱਕ ਇਨਕਰੀਜ਼ ਕਰਤਾ 2 ਆ ਗਿਆ, ਦੈਨ 5/2, 5 + 1 6, ਐਂਡ ਦਿਸ ਇਜ਼ ਗੋਇੰਗ ਟੂ ਕੰਟੀਨਿਊ ਅਪ ਟੂ ਸੋ ਔਨ। ਠੀਕ ਹੈ, ਇਨਫਿਨਿਟੀ ਤੱਕ ਇਹੀ ਕੰਟੀਨਿਊ ਕਰੇਗਾ ਅਗਰ ਆਪਾਂ ਇਸ ਚੀਜ਼ ਨੂੰ ਕਰਦੇ ਹਾਂ, ਮਤਲਬ ਇਸ ਤਰੀਕੇ ਨਾਲ ਸਮ ਨਿਕਾਲਦੇ ਹਾਂ। ਸਭ ਤੋਂ ਉੱਪਰ ਹੁਣ ਅਗਰ ਅਸੀਂ ਜੇ ਦੀ ਵੈਲਿਊ ਨਿਕਾਲਣੀ ਹੈ, ਜੇ ਦੀ ਵੈਲਿਊ ਨਿਕਾਲਣ ਲਈ ਵੀ ਜਿਹੜੀ ਮੈਂ ਤੁਹਾਨੂੰ ਦੱਸਿਆ ਆਪਾਂ ਸਬਸਕ੍ਰਿਪਟ ਔਰ ਸੁਬਸਕ੍ਰਿਪਟ ਤੁਹਾਨੂੰ ਪਤਾ ਹੀ ਹੈ ਨਾ। ਆਪਾਂ ਜਿਹੜੀ ਸਬਸਕ੍ਰਿਪਟ ਵਿੱਚ ਵੈਲਿਊ ਹੈਗੀ ਹੈ 1/2 ਉਹ ਕਿਸ ਤਰ੍ਹਾਂ ਆ ਰਹੀ ਹੈ। ਸਭ ਤੋਂ ਉੱਪਰ ਵੇਖੋ ਮੈਂ 2 ਮੋਡਸ ਬਣਾ ਕੇ ਲਿਖਿਆ ਹੋਇਆ J = L ± 1/2। ਓਕੇ, ਸੋ ਇਹਦੇ ਵਿੱਚ L ਦੀ ਵੈਲਿਊ ਆਪਾਂ ਕਿਹੜੀ ਕੰਸੀਡਰ ਕਰਨੀ ਹੈ? L ਦੀ ਵੈਲਿਊ ਜਿਸ ਤਰ੍ਹਾਂ ਕਿ SPD, ਇਹਦੇ ਲਈ ਸਾਨੂੰ ਪਤਾ L = 0 1 2 ਇਸ ਤਰ੍ਹਾਂ ਹੁੰਦਾ। ਸੋ ਸਭ ਤੋਂ ਪਹਿਲਾਂ ਅਗਰ ਅਸੀਂ ਸਭ ਤੋਂ ਬੇਸਿਕ ਵਾਲੀ ਜਿਹੜੀ ਟਰਮ ਹੈ S 1/2 ਤੋਂ ਕੰਸੀਡਰ ਕਰੀਏ, ਅਗਰ ਉੱਥੋਂ ਸਟਾਰਟ ਕਰਦੇ ਹਾਂ ਆਪਾਂ ਤਾਂ ਜਿਹੜੀ ਸਾਡੇ ਕੋਲੋਂ S ਹੈਗਾ ਉਹਦੇ ਲਈ L ਦੀ ਵੈਲਿਊ ਸਾਨੂੰ ਪਤਾ 0 ਹੋਊਗੀ, ਔਰ ਫਿਰ ਆਪਾਂ 0 ± 1/2 ਕੰਸੀਡਰ ਕਰੀਏ ਤਾਂ ਇਟ ਵਿਲ ਬੀ 1/2। ਸਿਮਿਲਰਲੀ ਅਗਰ P ਦੀ ਫॉर 1p 3/2 ਲਈ ਆਪਾਂ 3/2 ਜਿਹੜੀ ਵੈਲਿਊ ਆ ਰਹੀ ਹੈ ਉਹ ਕਿਸ ਤਰ੍ਹਾਂ ਫਾਈਂਡ ਕੀਤੀ ਹੈ, ਕਿਸ ਤਰ੍ਹਾਂ ਕਿ P ਲਈ ਸਾਡੀ L ਦੀ ਵੈਲਿਊ ਕਿੰਨੀ ਹੁੰਦੀ ਹੈ 1, ਐਂਡ 1 + 1/2 = 3/2। ਹੁਣ ਜਿਸ ਤਰ੍ਹਾਂ ਆਪਾਂ ਦੂਸਰੀ ਟਰਮ ਕੰਸੀਡਰ ਕਰੀਏ 1p 1/2 ਤਾਂ ਉਹ ਕਿਸ ਤਰ੍ਹਾਂ ਆ ਰਹੀ ਹੈ, 1p 1/2 ਕਿਸ ਤਰ੍ਹਾਂ ਆ ਰਹੀ ਹੈ। ਜਿਵੇਂ ਕਿ ਉੱਪਰ ਦੇਖੋ J = L ± 1/2, ਇੱਕ ਵਾਰ ਅਸੀਂ +1/2 ਕੰਸੀਡਰ ਕਰ ਲੈਣਾ, ਇੱਕ ਵਾਰੀ -1/2। ਸੋ 1 + 1/2 ਕਰਾਂਗੇ ਤੇ 3/2 ਆਊਗਾ, ਔਰ 1 - 1/2 ਕਰਾਂਗੇ ਤੇ 1/2 ਆਏਗਾ। ਸੋ ਜਿਹੜੀ ਵੱਡੀ ਵੈਲਿਊ ਆਏਗੀ +1/2 ਵਾਲੀ ਉਹ ਆਪਾਂ ਨੀਚੇ ਵਾਲੀ ਵੈਲਿਊ ਕੰਸੀਡਰ ਕਰਨੀ ਹੈ, ਐਂਡ -1/2 ਵਾਲੀ ਉੱਪਰ ਵਾਲੀ। ਸੋ ਇਹ ਅਪ ਟੂ ਸੋ ਔਨ ਚੱਲਦਾ ਹੀ ਰਹੇਗਾ। ਸੋ ਦਿਸ ਇਜ਼ ਨਿਮੋਨਿਕ ਜਿਸ ਬਾਰੇ ਮੈਂ ਗੱਲ ਕਰ ਰਹੀ ਸੀ, SPUDSIF
पिग एंड डिश, स्पड्स इफ पिग डिश, इस तरह करके ये जी साढ़े को निमोनिक बनी है। ये आप वर्ल्स कंसीडर नहीं करने, मैं सारे आई यू ये सारे कट्टे हुए हैं। सो इट विल बी हैल्पफुल टू यू अगर तुसी इनू याद करोगे और ईजी रहेगा थोड़े लिए, मतलब कॉन्फिगरेशन लिखना एग्जाम विच कोई भी मतलब कन्फ्यूजन की वजह करके सम गलत नहीं होगा थोड़ा। सो ये जोड़ा उपर है सब तो क्वेश्चन, ये मास्टर केडर 2020 में आया सी और दिस क्वेश्चन इज सो गुड, मतलब सारे न्यूक्लियर शैल मॉडल का सारे का ही निचोड़ है। मतलब ये क्वेश्चन की कह रहा है, इन अ न्यूक्लियस व्हेन इवन एन एंड ऑड जेड द ग्राउंड स्टेट स्पिन एंड पैरिटी ऑफ द न्यूक्लियस इज डिटरमिनड बाय। सो हुण एक चीज़ मैं थोड़े नाल क्लीयर करनी हैगी इत्थे कि ਜਿਹੜਾ ਵੀ ਸਾਡੇ ਕੋਲੋਂ ਕੁਐਸਚਨ ਹੁੰਦਾ ਆ ਉਹਦੇ ਵਿੱਚ ਜਿਹੜੀ ਸਾਨੂੰ ਕੌਨਫੀਗਰੇਸ਼ਨ ਗਿਵਨ ਹੈ, ਲੈਟ ਅਸ ਸੁਪੋਜ਼ ਕਿ ਉਹਦੇ ਈਵਨ ਨੰਬਰ ਆਫ ਐਨਸ ਐਂਡ ਈਵਨ ਨੰਬਰ ਆਫ ਜ਼ੈਡ ਆ ਰਿਹਾ, ਮਤਲਬ ਪ੍ਰੋਟੋਨ ਔਰ ਨਿਊਟਰੋਨ ਜਿਹੜੇ ਹੈਗੇ ਆ ਅਗਰ ਦੋਨੋਂ ਈਵਨ ਆ ਰਹੇ ਆ फिर एक केस बनेगा, अगर एक ईवन दूसरा ऑड या पहला ऑड दूसरा ईवन फिर एक अलग केस बनेगा, और अगर दोनों ऑड आ रहे हैं फिर एक अलग केस बनेगा। दैट विल बी सॉल्वड दिस वे, मैं इत्थे दस्या होया सारा। अगर दोनों ईवन है फिर तो हमेशा ये वैल्यू 0 पॉजिटिव आएगी ऑलवेज, और अगर एक पॉजिटिव एक नैगेटिव और सॉरी एक ईवन और एक ऑड है तो जी टर्म ऑड होएगी ग्राउंड स्टेट स्पिन ते ग्राउंड स्टेट पैरिटी उस ऑड टर्म की वजह करके होएगी। फॉर एग्जांपल अगर प्रोटोन नंबर ऑफ प्रोटोन्स ऑड है तो फिर दैट विल बी रिजल्ट इन द ग्राउंड स्टेट स्पिन एंड पैरिटी, और अगर न्यूट्रॉन है तो सेम न्यूट्रॉन जोड़ा ऑड होएगा उसकी वजह करके होगी। सो अगर दोनों ही ऑड है तो फिर जेडे असी वैल्यू फाइंड करनी है JP प्लस JN प्लस LP प्लस NN, अगर ये ऑड आती है फिर साढ़े को जे की वैल्यू JP प्लस JN आऊगी, और पैरिटी दोनों केसेस विच अगर ईवन है तो ऑड है JP प्लस JN प्लस LP प्लस LN, अगर ईवन है तो मॉड ऑफ आ जाएगा JP माइनस JN, और पैरिटी इज इक्वल्स टू माइनस रेस टू पावर L, और इत्थे आपां पहलां आपां कल्ला L कंसीडर करते सी। सो LP प्लस LN दोनों की वजह करके ईवन विच भी तो ऑड विच भी इस तरह ही होएगा। सो ये थोड़े क्वेश्चन है, मैं तुहानूं दवांगी कि तुसीं मैनूं कमेंट सैक्शन में इन्हां दा आंसर करो कि तुहाडा की आंसर आ रहा, फिर देखते हैं किन्नियां नूं समझ लगा, और ये कुछ एग्जाम्पल्स मैं सॉल्व कीतियां। सो दिस इज़ एलमीनीयम 13 नंबर ऑफ प्रोटोन एंड न्यूट्रॉन ये 14 है। ये मास्टर केडर 2017 में आया सीगा। सो एक चीज़ इत्थे क्लीयर करन वाली है, पैरिटी ग्राउंड स्टेट पैरिटी इज़ बिकॉज ऑफ द लास्ट ऑड प्रोटोन या फिर न्यूट्रॉन। अगर नंबर ऑफ प्रोटोन्स ऑड है तो लास्ट ऑड प्रोटोन, अगर प्रोटोन ईवन है न्यूट्रॉन ऑड है तो लास्ट ऑड न्यूट्रॉन। सो इत्थे एक चीज़ मैं दसदी हाँ, देखो सब तो पहला आप कॉन्फिगरेशन नोट डाउन कर ली है, और कॉन्फिगरेशन नोट डाउन करने तो बाद जिस तरह कि 30 नंबर ऑफ प्रोटोन साढ़े को ऑड सीगे ना, तो वो कॉन्फिगरेशन नोट कर ली है। अगर तुसी एक गल नोट करनी है कि प्रोटोन्स की भी कॉन्फिगरेशन लिख लेनी है और न्यूट्रॉन्स की भी कॉन्फिगरेशन लिख लेनी है। सो जोड़ा साडा लास्ट एलमीनीयम के केस में प्रोटोन ऑड प्रोटोन है वो किहदे विच लाई कर रहा है, दैट इज़ 1D 5/2 नाल, और 5D2 ये जे की वैल्यू कितनी आ गई, वी नो जी सबस्क्रिप्ट है दैट इज़ द वैल्यू ऑफ जे, एंड द नंबर ऑफ न्यूक्लियन ये केस में प्रोटोन किन्ने है 5, और अनपेड है मतलब इट विल कॉन्ट्रीब्यूट। सो L की वैल्यू एज इट लाइज इन D, सो 2 होगी -1 रेज़ टू पावर L दैट इज़ -1 रेज़ टू पावर 2, इट विल बिकम पॉजिटिव। सो जी साढ़े को पैरिटी की वैल्यू आती है दैट इज़ 5/2 पॉजिटिव। सिमिलरली 41 आर्गन 18 ये नंबर ऑफ ऑड न्यूट्रॉन बचे है साढ़े को ऑड नंबर ऑफ न्यूट्रॉन। सो आप 23 न्यूट्रॉन्स की आप कॉन्फिगरेशन नोट डाउन कर लेनी है, और ये जो लास्ट साढ़े को न्यूट्रॉन है इट विल लाई इन 1F7/2, और जोड़े नंबर ऑफ न्यूक्लियन है दैट इज़ 3 नंबर ऑफ न्यूक्लियन है। न्यूक्लियन मतलब इस केस विच न्यूट्रॉन। सो 3 है मतलब जे की वैल्यू साढ़े को सबस्क्रिप्ट 7/2 आ गई, L की वैल्यू F की वजह करके 3 आ गई, सो -1 रेज़ टू पावर 3 इट विल बिकम नैगेटिव। तो साडा आंसर आएगा 7/2 नैगेटिव। आई होप तुहानूं सारा कुछ क्लीयर हो रहा होएगा। ये जिवें 7/2 नैगेटिव आया, ये जी 7/2 है दैट इज़ ग्राउंड स्टेट स्पिन, और जोड़ा माइनस है दैट इज़ पैरिटी।
ਪੈਰਿਟੀ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਵੇਵ ਫੰਕਸ਼ਨ ਦੀ ਬਿਹੇਵੀਅਰ ਜਦੋਂ ਇਨਵਰਜਨ ਕਰ ਦਿੰਦੇ ਹਾਂ ਆਪਾਂ ਕੋਆਰਡੀਨੇਟਸ ਨੂੰ। ਓਕੇ, ਸੋ ਨੈਕਸਟ ਇਜ਼ ਸਲਫਰ ਦੀ ਐਗਜ਼ਾਮਪਲ ਹੈ। ਇਹਦੇ ਵਿੱਚ ਈਵਨ ਨੰਬਰ ਆਪਾਂ ਪਹਿਲਾਂ ਦੇਖਣਾ ਕਿ ਸਾਡੇ ਕੋਲ ਪ੍ਰੋਟੋਨਸ ਔਰ ਨਿਊਟਰੋਨਸ ਕਿੰਨੇ ਕਿੰਨੇ ਆ। ਇਹਦੇ ਵਿੱਚ ਜਿਹੜੇ ਈਵਨ ਨੰਬਰ ਆਫ ਪ੍ਰੋਟੋਨ ਐਂਡ ਓਡ ਨੰਬਰ ਆਫ ਨਿਊਟਰੋਨ ਹੈ। ਸੋ ਕੌਨਫੀਗਰੇਸ਼ਨ ਆਪਾਂ ਲਿਖ ਲਈ ਫॉर ऑड ਨੰਬਰ ਆਫ ਨਿਊਟਰੋਨਸ ਦੇ ਲਈ, ਔਰ ਜਿਹੜਾ ਲਾਸਟ ਨਿਊਕਲੀਅਨ ਹੈ ਹੀਅਰ ਨਿਊਟਰੋਨ, ਉਹ 1D 3/2 ਵਿੱਚ ਲਾਈ ਕਰ ਰਿਹਾ ਔਰ ਇਟ ਇਜ਼ 1। ਸੋ ਜਿਹੜੀ ਸਾਡੇ ਕੋਲ ਜੇ ਦੀ ਵੈਲਿਊ ਹੈ ਦੈਟ ਇਜ਼ 3/2। ਐਲ ਸਾਡੇ ਕੋਲ 2 ਆਇਆ ਬਿਕਾਜ਼ ਡੀ ਹੈ। ਸੋ ਜਿਹੜਾ -1/L ਔਰ -1/2 ਦੈਟ ਇਜ਼ ਪੋਜ਼ੀਟਿਵ। ਸੋ ਸਾਡੇ ਕੋਲ ਜਿਹੜਾ ਆਂਸਰ ਆਇਆ ਦੈਟ ਇਜ਼ 3/2 ਪੋਜ਼ੀਟਿਵ। ਆਈ ਹੋਪ ਤੁਹਾਨੂੰ ਸਾਰੀਆਂ ਤਿੰਨੋਂ ਦੀਆਂ ਤਿੰਨੋਂ ਐਗਜ਼ਾਮਪਲਸ ਚੰਗੀ ਤਰ੍ਹਾਂ ਕਲੀਅਰ ਹੋਈਆਂ ਹੋਣਗੀਆਂ। ਸੋ ਮੈਂ ਇੱਕ ਆਰਡਰ ਲਿਖਿਆ, ਇਹ ਅਗਰ ਤੁਸੀਂ ਯਾਦ ਕਰਨਾ ਤਾਂ ਇਟ ਵਿਲ ਬੀ ਹੈਲਪਫੁਲ, ਪੇਪਰ ਵਿੱਚ ਕਨਫਿਊਜ਼ਨ ਨਹੀਂ ਹੋਊਗੀ। ਸੋ ਇੱਕ ਚੀਜ਼ ਜਿਹੜਾ ਐਨਾਲੋਗਸ ਹੈਗਾ ਨੋਰਮਲ ਕੌਨਫੀਗਰੇਸ਼ਨ ਦੇ ਐਨਾਲੋਗਸ ਹੈਗਾ ਸ਼ੈਲ ਦੀ ਫਿਲਿੰਗ ਦਾ ਆਰਡਰ। ਸੋ ਇਹ ਮਤਲਬ ਉਹੀ ਆ ਗਈ ਗੱਲ SP ਸਪਡਸ, ਇਫ ਪਿਗ ਡਿਸ਼, ਇਫ ਪਿਗ, ਉਹਦੇ ਅਕੋਰਡਿੰਗ ਹੀ ਲਿਖਿਆ। ਬਸ ਇਹਦੇ ਵਿੱਚ ਇੱਕ ਚੀਜ਼ ਜਿਹੜੀ ਆਪਾਂ ਕੰਸੀਡਰ ਨਹੀਂ ਕਰਨੀ ਉਹ ਕੀ ਹੈਗੀ ਹੈ, ਵੋਵਲਸ। ਆਪਾਂ ਵੋਵਲਸ ਕੰਸੀਡਰ ਨਹੀਂ ਕਰਨੇ। ਸਭ ਤੋਂ ਪਹਿਲਾਂ 1s 1/2, ਦੈਨ 1p 3/2, 1p 1/2 ਸਪਲਿਟਿੰਗ ਹੋਈ ਹੈ ਬਿਕਾਜ਼ ਹੈ ਨਾ, ਸਭ ਨੂੰ ਪਤਾ ਹੈ। ਸੋ 1d 5/2, ਦੈਨ 2s 1/2, 1d 3/2, ਇਹ ਸਾਰਾ ਆਪਾਂ ਸੌਣ ਤੱਕ ਚੱਲਦਾ ਹੀ ਰਹੇਗਾ। ਸੋ ਇਹ ਜਿਹੜਾ ਮਤਲਬ ਸ਼ੈਲ ਮਾਡਲ ਹੈ ਇਹਦੀਆਂ ਬਹੁਤ ਸਾਰੀਆਂ ਮੈਰਿਟਸ ਵੀ ਨੇ ਔਰ ਡੀਮੈਰਿਟਸ ਵੀ ਨੇ, ਔਰ ਜਿਹੜੀਆਂ ਦੀਆਂ ਡੀਮੈਰਿਟਸ ਹੈ ਉਹਨਾਂ ਨੂੰ ਓਵਰਕਮ ਕਰਦਾ ਕਲੈਕਟਿਵ ਮਾਡਲ। ਓਕੇ, ਕਲੈਕਟਿਵ ਮਾਡਲ ਸਿਲੇਬਸ ਵਿੱਚ ਨਹੀਂ ਹੈਗਾ, ਸੋ ਆਪਾਂ ਉਹਨੂੰ ਨਹੀਂ ਪੜ੍ਹਨਾ। ਸੋ ਇੱਥੋਂ ਤੱਕ ਹੀ ਅਸੀਂ ਕਰਨਾ। ਜਿਹੜਾ ਮਤਲਬ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰਾਂ ਕਿ ਜਿਹੜਾ ਕੁਐਸਚਨ ਆਉਂਦਾ ਨਾ ਪੇਪਰ ਵਿੱਚ ਦੈਟ ਇਜ਼ ਸ਼ੋਰਲੀ ਫਰੋਮ ਦੀ ਸ਼ੈਲ ਮਾਡਲ, ਔਰ ਉਹ ਵੀ ਕਿੱਥੋਂ ਆਉਂਦਾ, ਗਰਾਊਂਡ ਸਟੇਟ ਸਪਿਨ ਐਂਡ ਪੈਰਿਟੀ ਤੋਂ। ਪਿਛਲੇ 3 ਪੇਪਰ ਹੋਏ ਆ 2015 ਦਾ, 2017 ਦਾ ਔਰ 2020 ਦਾ। ਹਰ ਵਾਰ ਜਿਹੜਾ ਕੁਐਸਚਨ ਰਿਪੀਟ ਹੋਇਆ ਦੈਟ ਇਜ਼ ਫਰੋਮ ਦੀ ਸ਼ੈਲ ਮਾਡਲ। ਸੋ ਇਟ ਇਜ਼ ਅ ਮੋਸਟ ਇੰਪੋਰਟੈਂਟ ਟੋਪਿਕ। ਇੱਕ ਕੁਐਸਚਨ ਇੱਥੋਂ ਆਉਣਾ ਹੀ ਆਉਣਾ 1 ਨੰਬਰ ਦਾ। ਅਗਰ ਤੁਸੀਂ ਅੱਜ ਵਾਲਾ ਲੈਕਚਰ ਪੂਰਾ ਸੁਣਿਆ ਤਾਂ ਤੁਹਾਡਾ 1 ਨੰਬਰ ਕਿਤੇ ਨਹੀਂ ਗਿਆ, ਔਰ ਇਹੀ ਇੱਕ ਨੰਬਰ ਕਰਕੇ ਆਪਾਂ 100+ ਨੰਬਰ ਖੜਨੇ ਆ ਆਪਣੇ। ਓਕੇ, ਸੋ ਮੈਰਿਟਸ ਕਿਹੜੀਆਂ ਨੇ, ਐਕਸਪਲੇਨ ਦੀ ਐਗਜ਼ਿਸਟੈਂਸ ਆਫ ਮੈਜਿਕ ਨੰਬਰ। ਸੋ ਜਿਹੜਾ ਸਾਡਾ ਲਿਕੁਇਡ ਡ੍ਰੌਪ ਮਾਡਲ ਸੀਗਾ ਉਹ ਮੈਜਿਕ ਨੰਬਰ ਬਾਰੇ ਕੁਛ ਨਹੀਂ ਦੱਸਦਾ ਸੀਗਾ ਕਿ ਕਿਵੇਂ ਦੇ ਹੈਵ ਐਕਸਟਰਾ ਸਟੇਬਿਲਿਟੀ। ਸੋ ਇਟ ਵਿਲ ਆਲਸੋ ਐਕਸਪਲੇਨ ਨਿਊਕਲੀਅਰ ਸਪਿਨ ਐਂਡ ਹਾਈ ਬਾਈਂਡਿੰਗ ਐਨਰਜੀ। ਪਰ ਇਹਦੀ ਡੀਮੈਰਿਟ ਕੀ ਹੈ, ਆਪਾਂ ਪੜ੍ਹਿਆ ਸੀ ਨਾ ਕਰਵ ਬਾਈਂਡਿੰਗ ਐਨਰਜੀ, ਐਵਰੇਜ ਬਾਈਂਡਿੰਗ ਐਨਰਜੀ ਪਰ ਨਿਊਕਲੀਓਨ ਦਾ। ਉਹਦੇ ਵਿੱਚ ਜਿਹੜੀਆਂ ਪੀਕਸ ਬਣਦੀਆਂ ਸੀਗੀਆਂ ਮਤਲਬ ਕੀ ਸੀ ਉਹਦਾ ਕਿ ਦੇ ਹੈਵ ਐਕਸਟਰਾ ਸਟੇਬਿਲਿਟੀ। ਪਰ ਨਿਊਕਲੀਅਰ ਸ਼ੈਲ ਮਾਡਲ ਨੇ ਕੁਛ ਨਹੀਂ ਕਿਹਾ ਇਸ ਬਾਰੇ ਕਿ ਉਹਨਾਂ ਦੀ ਐਕਸਟਰਾ ਸਟੇਬਿਲਿਟੀ ਕਿਉਂ ਹੈਗੀ ਹੈ, ਐਕਸਪਲੇਨ ਨਹੀਂ ਕਰ ਪਾਇਆ। ਔਰ ਦੂਸਰੀ ਗੱਲ, ਜਦੋਂ ਵੀ ਆਪਾਂ ਹੈਵੀ ਨਿਊਕਲੀਅਰ ਵੱਲ ਨੂੰ ਮੂਵ ਕਰਦੇ ਹਾਂ, ਸਾਡਾ ਮਾਸ ਨੰਬਰ ਇਨਕਰੀਜ਼ ਕਰ ਰਿਹਾ, ਉਦੋਂ ਇਹ ਮਾਡਲ ਫੇਲ ਹੋ ਜਾਂਦਾ, ਐਕਸਪਲੇਨ ਨਹੀਂ ਕਰ ਪਾਉਂਦਾ ਬਿਕਾਜ਼ ਜੇ ਦੀ ਵੈਲਿਊ ਬਹੁਤ ਵੱਡੀ ਆਏਗੀ, ਐਬਨੋਰਮਲ ਹੋ ਜਾਵੇਗਾ। ਸੋ ਉਹ ਚੀਜ਼ ਐਕਸਪਲੇਨ ਨਹੀਂ ਕਰ ਪਾਇਆ। ਹੈਵੀ ਨਿਊਕਲੀਅਰ ਵੱਲ ਨੂੰ ਆਪਾਂ ਜਦੋਂ ਵੀ ਵੱਧਦੇ ਜਾਂਦੇ ਹਾਂ ਨਾ ਤਾਂ ਇਹ ਮਾਡਲ ਫੇਲ ਹੋ ਜਾਂਦਾ, ਐਕਸਪਲੇਨ ਨਹੀਂ ਕਰ ਪਾਉਂਦਾ। ਸੋ ਦੈਟਸ ਆਲ ਫॉर ਟੁਡੇ। ਅੱਜ ਆਪਾਂ ਨਿਊਕਲੀਅਰ ਸ਼ੈਲ ਮਾਡਲ ਕੀਤਾ ਹੈ ਐਂਡ ਇਟ ਵਿਲ ਬੀ ਹੈਲਪਫੁਲ ਫॉर ਯੂ ਆਲ। ਔਰ ਇਹ 1 ਮਾਰਕਸ ਜ਼ਰੂਰ ਆਪਣਾ ਕੈਰੀ ਕਰਦਾ ਹੈਗਾ ਐਗਜ਼ਾਮ ਵਿੱਚ। ਸੋ ਵਧੀਆ ਤਰੀਕੇ ਨਾਲ ਪੜ੍ਹੋ, ਚੰਗੇ ਮਤਲਬ ਤਰੀਕੇ ਨਾਲ ਕੰਪਲੀਟ ਕਰੋ ਆਪਣਾ ਸਿਲੇਬਸ ਐਂਡ like, share and subscribe and press the bell icon as well to get the notifications. Thank you very much.